ज्ञान अंजन गुर दिया अज्ञान अंधेर विनाश। हर कृपा ते संत भेटिया नानक मन प्रगास। आवो सिख सतगुरु के प्यारियो गावो सची बाणी। बाणी तां गावो गुरु केरी बाणिया सिर बाणी। अमृत बाणी हर हर तेरी सुन सुन होवै परम गत मेरी। जलन बुझी शीतल होए मनुआ सतगुर का दर्शन पाए फिर दुख न लगे आए। जम्मण मरना मिट गया काले का किश ना बसाए। हर सेती मन रब रहया सच्चे रहया समाए। नानक हों बलिहारी तिन को जो चलन सतगुर पाए। हर सेती मन रब रहया सच्चे रहया समाए। नानक हों बलिहारी तिन को जो चलन सतगुर पाए। वाहिगुरु जी का खालसा वाहिगुरु जी की फतेह। परम सत्कारयोग दीन दुनी दे मालक धन धन श्री गुरु ग्रंथ साहिब जी महाराज तिन्हां दी पावन मुबारक हजूरी विच सुभाईमान सतगुरां दी साजी निवाजी गुरु रूप साध संगत जी वडभागे हाँ। हफ्तावारी विशेष दीवान दे विच जुड़ मिल बैठ के सतगुरां दी इलाही गुरबाणी दा शब्द कीर्तन श्रवण कर रहे सी। आओ जिन्ना समा सतगुरु जी बख्शिश करते ने पावन अमृत बाणी दियां विचारां दे नाल सांझ पाउण दा यतन करिए। दीवान की आरंभता तो पहला सारी संगत गुरु चरनां दे विच हाजरी लवाओ। कोई भी रसना वांझी ना रहे। दोवें हथ जोड़ के बड़े अदब सत्कार दे नाल आखो जी वाहिगुरु जी का खालसा वाहिगुरु जी की फतेह। जो पावन श्लोक आप जी ने श्रवण किया है धन धन साहिब श्री गुरु अमरदास साहब महाराज जियां दी रसना तो उचारण किया पावन फरमान है जो अज अमृत वेले मुख वाक दे स्वरूप दे विच भी संगतां ने श्रवण किया है। सतगुरु जी फरमान करते ने सोरठ की वार दे विच फरमान है श्लोक महला तीजा। तीजे पातशाह ने पावन फरमान किया है गुर सेवा ते सुख उपजै फिर दुख ना लगे आए। गुरु की सेवा दे विचों सुख उत्पन्न हुंदा है फिर दुख ना लगे आए। फिर कदे दुख व्यापदा नहीं है। फिर सुनियो गुर सेवा ते सुख उपजै। गुरु की सेवा दे विचों सुख उपजदा है। हुण पहला ये सांझ कर लईए भी सुख है कि
ਜਿਹੜਾ ਦੁਨਿਆਵੀ ਸੁੱਖ ਹੈ ਇਹ ਛਿਨ ਭਰ ਦਾ ਸੁੱਖ ਹੈ, ਇਹ ਨੇਤਰ ਪਲਕ ਝਪਕਦਿਆਂ ਖਤਮ ਵੀ ਹੋ ਸਕਦਾ ਹੈ। ਜਿਹੜਾ ਦੁਨਿਆਵੀ ਸੁੱਖ ਹੈ ਇਹਨੂੰ ਗੁਰਬਾਣੀ ਨੇ ਮਾਨਤਾ ਨਹੀਂ ਦਿੱਤੀ। ਫਰਮਾਨ ਹੈ ਸਤਿਗੁਰਾਂ ਦਾ, ਸੁਖ ਨਾਹੀ ਬਹੁਤੈ ਧਨ ਖਾਟੈ, ਸੁਖ ਨਾਹੀ ਪੇਖੈ ਨਿਰਤ ਨਾਟੈ, ਸੁਖ ਨਾਹੀ ਬਹੁ ਦੇਸ਼ ਕਮਾਏ। ਸੁਖ ਨਹੀਂ ਹੈ ਇਹਨਾਂ ਦੇ ਵਿੱਚ। ਜੇ ਬਹੁਤਾ ਧਨ ਇਕੱਤਰ ਕਰ ਲਿਆ ਕਿ ਸੁੱਖ ਹੈ, ਗੁਰੂ ਸਾਹਿਬ ਕਹਿੰਦੇ ਸੁੱਖ ਨਹੀਂ ਹੈ, ਲਾਲਸਾ ਹੈ। ਜੇ ਪਹਿਲਾਂ 10 ਸਿੱਕੇ ਕੋਲ ਸਨ ਤੇ 20 ਦੀ ਆਸ ਸੀ ਤੇ 20 ਆ ਗਏ, ਹੁਣ 30 ਦੀ ਆਸ ਬਣ ਗਈ, ਜੇ 30 ਆ ਗਏ 40 ਦੀ ਆਸ ਹੈ। ਲਾਲਸਾ ਵੱਧਦੀ ਜਾਂਦੀ ਹੈ। ਸੁਖ ਨਾਹੀ ਪੇਖੇ ਨਿਰਤ ਨਾਟੇ, ਜੇ ਬਹੁਤੇ ਚੋਜ ਤਮਾਸ਼ੇ ਦੇਖੀਏ, ਬਹੁਤੇ ਜ਼ਿਆਦਾ ਰੰਗ ਤਮਾਸ਼ਿਆਂ ਦੇ ਵਿੱਚ ਮਨ ਨੂੰ ਲਿਪਤ ਕਰ ਲਈਏ, ਫਿਰ ਵੀ ਸੁੱਖ ਨਹੀਂ ਮਿਲਦਾ। ਕਿਉਂਕਿ ਜਿੰਨਾ ਸਮਾਂ ਰੰਗ ਮੰਚ ਵੇਖਾਂਗੇ ਉਨਾ ਸਮਾਂ ਸਾਡਾ ਮਨ ਖੇੜੇ ਵਿੱਚ। ਜਦੋਂ ਰੰਗ ਮੰਚ ਬੰਦ ਹੋਇਆ, ਮਨ ਫਿਰ ਉਸੇ ਥਾਂ ਤੇ ਪਹੁੰਚ ਗਿਆ। ਸੁਖ ਨਾਹੀ ਬਹੁ ਦੇਸ਼ ਕਮਾਏ, ਜੇ ਬਹੁਤੀ ਸੰਪਤੀ ਇਕੱਤਰ ਕਰ ਲਈਏ, ਦੇਸ਼ ਦਸਾਂਤਰ ਵੀ ਆਪਣੇ ਅਧੀਨ ਹੋ ਜਾਣ ਕਿ ਸੁੱਖ ਹੈ, ਕਹਿੰਦੇ ਫਿਰ ਵੀ ਸੁੱਖ ਨਹੀਂ ਹੈ। ਇੰਜ ਲੱਗੇਗਾ ਹੋਰ ਆ ਜਾਵੇ, ਹੋਰ ਆ ਜਾਵੇ। ਇਸੇ ਚੀਜ਼ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਖਣਾ ਕੀਤਾ ਏ, ਕਹਿੰਦੇ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਫਿਰ ਸਤਿਗੁਰੂ ਨੇ ਇਹ ਵੀ ਆਖਿਆ ਹੈ, ਕਹਿੰਦੇ ਏਕ ਭੀ ਨਾ ਦੇ 10 ਭੀ ਹਿਰ ਲੈ, ਤੋ ਮੂੜਾ ਕਉ ਕਹਾਂ ਕਰੀ। ਫਿਰ ਕੀ ਕਰ ਲੈਂਗੇ? ਜੇ ਇੱਕ ਵੀ ਨਾ ਦੇਵੇ ਤੇ ਦਿੱਤੀਆਂ ਹੋਈਆਂ 10 ਵੀ ਵਾਪਸ ਲੈ ਲਵੇ, ਫਿਰ ਤੂੰ ਕੁਝ ਕਰ ਸਕਦਾ ਹੈ? ਕੁਝ ਨਹੀਂ ਕਰ ਸਕਦਾ। ਸੁੱਖ ਲੱਭਣ ਤੁਰੇ ਸੀ, ਸੁੱਖ ਨਹੀਂ ਮਿਲਿਆ। ਫਿਰ ਸਤਿਗੁਰਾਂ ਨੂੰ ਪੁੱਛਣਾ ਕੀਤਾ, ਹੇ ਹਜ਼ੂਰ ਫਿਰ ਸੁੱਖ ਕਿੱਥੇ ਹੈ? ਸਤਿਗੁਰੂ ਦਾ ਫਰਮਾਨ ਸੁਣਿਓ। ਸਤਿਗੁਰੂ ਨੇ ਫਰਮਾਨ ਕੀਤਾ, ਸੁਖ ਨਾਹੀ ਬਹੁਤੈ ਧਨ ਖਾਟੈ, ਸੁਖ ਨਾਹੀ ਪੇਖੈ ਨਿਰਤ ਨਾਟੈ, ਸੁਖ ਨਾਹੀ ਬਹੁ ਦੇਸ਼ ਕਮਾਏ। ਸਰਬ ਸੁਖਾਂ ਹਰ ਹਰ ਗੁਣ ਗਾਏ। ਸਾਰੇ ਸੁੱਖ ਕਿੱਥੇ ਨੇ? ਹਰੀ ਦੇ ਗੁਣਗਾਨ ਕਰਨ ਦੇ ਵਿੱਚ ਨੇ। ਜੇ ਤੂੰ ਹਰੀ ਨੂੰ ਯਾਦ ਕਰਦਾ ਹੈ, ਤੂੰ ਪਰਮੇਸ਼ਰ ਨੂੰ ਯਾਦ ਕਰਦਾ ਹੈ, ਸਾਰੇ ਸੁੱਖ ਪਰਮੇਸ਼ਰ ਦੇ ਗੁਣਗਾਨ ਦੇ ਵਿੱਚ ਪਏ ਨੇ। ਜੇ ਪਰਮੇਸ਼ਰ ਨੂੰ ਯਾਦ ਕਰ ਲਈਏ ਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਸੁੱਖ ਹੈ। ਇੱਕ ਫਰਮਾਨ ਹੋਰ ਸਾਂਝਾ ਕਰਾਂ। ਰੋੜਾਂ ਰੱਕੜਾਂ ਵਾਲੀ ਜ਼ਮੀਨ ਹੋਵੇ, ਉੱਥੇ ਬੈਠ ਕੇ ਕੋਈ ਰੱਬ ਦਾ ਭਜਨ ਕਰੇ, ਬੰਦਗੀ ਕਰੇ, ਉਹ ਬੜੀ ਸੁੰਦਰ ਜਾਪਦੀ ਹੈ। ਤੇ ਸੋਹਣੇ ਮਹਿਲ ਹੋਣ ਪਰ ਉੱਥੇ ਕੋਈ ਰੱਬ ਨੂੰ ਯਾਦ ਨਾ ਕਰੇ, ਰੱਬ ਨੂੰ ਵਿਸਾਰ ਦੇਵੇ, ਉਹ ਸੋਹਣੇ ਮਹਿਲ ਵੀ ਬੀਆਬਾਨ ਜਾਪਦੇ ਨੇ। ਹਜ਼ੂਰ ਨੇ ਫਰਮਾਨ ਕੀਤਾ ਹੈ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ। ਅਸਥਿਲ ਦਾ ਭਾਵ ਹੁੰਦਾ ਰੱਕੜ ਜ਼ਮੀਨ, ਜਿੱਥੇ ਕੁਝ ਵੀ ਨਹੀਂ, ਬੇਆਬਾਦ ਹੈ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੌਬਾਰੇ। ਉਹ ਚੌਬਾਰਿਆਂ ਵਰਗੀ, ਸੋਹਣੇ ਮਹਿਲ ਮੁਨਾਰਿਆਂ ਵਰਗੀ ਜਾਪਦੇ ਨੇ। ਪਰ ਸਤਿਗੁਰੂ ਆਖਣ ਲੱਗੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਈ ਨਗਰ ਉਜਾੜੀ ਜੀਓ। ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਹੇ ਮੇਰੇ ਗੋਬਿੰਦ, ਹੇ ਮੇਰੇ ਵਾਹਿਗੁਰੂ ਜੀ, ਉਹ ਨਗਰ ਮੈਨੂੰ ਵਸਦਾ ਹੋਇਆ ਵੀ ਉਜਾੜ ਜਾਪਦਾ ਹੈ। ਉੱਥੇ ਉਜਾੜਾ ਹੀ ਉਜਾੜਾ ਲੱਗਦਾ, ਜਿੱਥੇ ਤੇਰਾ ਨਾਮ ਨਹੀਂ ਜਪਿਆ ਜਾਂਦਾ। ਜਿੱਥੇ ਨਾਮ ਜਪਿਆ ਜਾਂਦਾ ਹੈ, ਉਹ ਨਗਰ
ਉਹ ਸਥਾਨ ਬੜਾ ਸ਼ੋਭਦਾ ਹੈ। ਇੱਕ ਫਰਮਾਨ ਹੋਰ ਲੈ ਲਓ। ਭਗਤ ਸਾਹਿਬ ਆਖਦੇ ਨੇ, ਭਲੀ ਸੁਹਾਵੀ ਛਾਪਰੀ ਜਾਮ ਹੈ ਹਰ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਉਹ ਕੱਖਾਂ ਦੀ ਕੁੱਲੀ ਵੀ ਸੋਹਣੀ ਸੀ, ਜਿੱਥੇ ਰੱਬ ਨੂੰ ਯਾਦ ਕੀਤਾ, ਤੇ ਉਹ ਮਹਿਲ ਵੀ ਕਿਸੇ ਕੰਮ ਦਾ ਨਹੀਂ ਜਿੱਥੇ ਪਰਮੇਸ਼ਰ ਦੀ ਯਾਦ ਭੁੱਲੀ ਹੋਈ ਹੈ। ਭਾਵ ਕੀ ਹੈ? ਰੱਬ ਦੀ ਬੰਦਗੀ ਦੇ ਉੱਪਰ ਬੜਾ ਜ਼ੋਰ ਦਿੱਤਾ ਹੈ। ਤੂੰ ਰੱਬ ਦੀ ਬੰਦਗੀ ਦੇ ਉੱਪਰ ਧਿਆਨ ਦਿਆ ਕਰ, ਪਰਮੇਸ਼ਰ ਦਾ ਭਜਨ ਕਰਿਆ ਕਰ, ਸਿਮਰਨ ਕਰਿਆ ਕਰ, ਕਿਉਂਕਿ ਇਹਦੇ ਵਿੱਚੋਂ ਹੀ ਸੁੱਖ ਪੈਦਾ ਹੁੰਦਾ ਹੈ। ਗੁਰ ਸੇਵਾ ਤੇ ਸੁਖ ਉਪਜੈ। ਹੁਣ ਇੱਕ ਬੇਨਤੀ ਹੋਰ ਕਰਾਂ। ਮੈਂ ਇਹ ਫਰਮਾਨ ਅੱਜ ਤਾਂ ਹੈ, ਗੁਰੂ ਦੀ ਸੇਵਾ ਦੇ ਵਿੱਚੋਂ ਸੁਖ ਪੈਦਾ ਹੁੰਦਾ ਹੈ। ਪਰ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ, ਸੇਵਾ ਬੜੇ ਤਰ੍ਹਾਂ ਦੀ ਹੈ। ਕੋਈ ਜੋੜਿਆਂ ਦੀ ਸੇਵਾ ਕਰਦਾ ਹੈ, ਕੋਈ ਝਾੜੂ ਦੇਣ ਦੀ ਸੇਵਾ ਕਰਦਾ ਹੈ, ਕੋਈ ਲੰਗਰਾਂ ਦੀ ਸੇਵਾ ਕਰਦਾ ਹੈ। ਜਿਹੜੀ ਇਹ ਸੇਵਾ ਹੈ, ਇਹ ਸੰਗਤ ਦੀ ਸੇਵਾ ਹੈ। ਫਿਰ ਬੇਨਤੀ ਕਰਾਂ, ਜੋੜੇ ਝਾੜਨੇ, ਝਾੜੂ ਦੇਣਾ, ਲੰਗਰਾਂ ਦੀ ਸੇਵਾ ਕਰਨੀ, ਬਰਤਨ ਮਾਂਜਣ ਦੀ ਸੇਵਾ ਕਰਨੀ, ਇਹ ਸੇਵਾ ਹੈ ਸੰਗਤ ਦੀ ਸੇਵਾ। ਗੁਰੂ ਕੀ ਸੇਵਾ ਇਹ ਤੋਂ ਉੱਪਰ ਹੈ। ਗੁਰੂ ਦੀ ਸੇਵਾ ਕੀ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੈ ਕਰਨੀ ਸਾਰ। ਗੁਰੂ ਦੀ ਸੇਵਾ ਕੀ ਹੈ? ਸ਼ਬਦ ਦੀ ਵਿਚਾਰ ਕਰਦਾ। ਸ਼ਬਦ ਦੀ ਵਿਚਾਰ ਦੇ ਨਾਲ, ਜਿਵੇਂ ਗੁਰੂ ਘਰ ਦੇ ਵਿੱਚ ਝਾੜੂ ਲਾਉਨੇ ਆ, ਕਚਰਾ ਇਕੱਠਾ ਕਰਕੇ ਬਾਹਰ ਸੁੱਟ ਦਿੰਨੇ ਆ, ਸਫਾਈ ਕਰ ਦਿੰਨੇ ਆ, ਆ ਮਨ ਦੇ ਵਿੱਚ ਝਾੜੂ ਲਾਉਣਾ ਹੈ ਗੁਰੂ ਦੇ ਸ਼ਬਦਾਂ ਦਾ। ਇਹ ਮਨ ਦੇ ਵਿੱਚ ਅਹੰਕਾਰ ਤੇ ਬੁਰਾਈਆਂ ਨੂੰ ਬਾਹਰ ਕੱਢਣਾ ਹੈ। ਗੱਜ ਕੇ ਆਖੋ ਸਤਨਾਮ। ਸਾਰੀ ਸੰਗਤ ਮਿਲ ਕੇ ਆਖੋ ਸਤਨਾਮ ਸ਼੍ਰੀ। ਆ ਮਨ ਦੇ ਵਿੱਚ ਜਿਹੜਾ ਕੂੜਾ ਕਚਰਾ ਬਣਿਆ ਪਿਆ ਹੈ, ਇਹਨੂੰ ਬਾਹਰ ਕੱਢਣਾ ਹੈ। ਈਰਖਾ, ਦਵੈਕ, ਝੂਠ, ਪਾਪ, ਲੋਭ, ਮੋਹ, ਇਹ ਸਭ ਕਚਰਾ ਸਾਡੇ ਵਿਹੜੇ ਵਿੱਚ ਪਿਆ, ਹਿਰਦੇ ਰੂਪੀ ਵਿਹੜੇ ਵਿੱਚ। ਸਤਿਗੁਰੂ ਫਰਮਾਨ ਕਰਦੇ ਨੇ, ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰੂ ਦੀ ਸੇਵਾ ਹੈ ਸ਼ਬਦਾਂ ਦੀ ਵਿਚਾਰ ਕਰਨੀ। ਹਉਮੈ ਮਾਰੈ ਕਰਨੀ ਸਾਰ। ਇਹ ਸਭ ਤੋਂ ਸ੍ਰੇਸ਼ਟ ਕਰਮ ਹੈ ਜੇ ਤੂੰ ਆਪਣੇ ਅੰਦਰ ਦੇ ਹੰਕਾਰ ਨੂੰ ਮਾਰ ਲਵੇਂ। ਲਓ, ਇਹ ਗੱਲ ਸਮਝ ਲੱਗ ਗਈ ਵੀ ਗੁਰੂ ਦੀ ਸੇਵਾ ਹੈ ਜਿਹੜੀ, ਉਹ ਸ਼ਬਦਾਂ ਦੀ ਵਿਚਾਰ ਹੈ, ਤੇ ਸ਼ਬਦਾਂ ਦੀ ਵਿਚਾਰ ਤੇ ਅਮਲ ਕਰਨਾ ਹੀ ਸਭ ਤੋਂ ਸ੍ਰੇਸ਼ਟ ਜਾ ਕਰਦਾ। ਭਗਤ ਕਬੀਰ ਸਾਹਿਬ ਆਪਣੀ ਬਾਣੀ ਵਿੱਚ ਆਖਦੇ ਨੇ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਜੇ ਸੇਵਾ ਕਰਨੀ ਹੈ ਦੋਵਾਂ ਦੀ ਕਰ, ਇੱਕ ਰਾਮ ਦੀ ਇੱਕ ਸੰਤ ਦੀ। ਰਾਮ ਹੈ ਰਮਿਆ ਹੋਇਆ ਪਰਮੇਸ਼ਰ ਜਿਹੜਾ ਮੁਕਤੀ ਦਾ ਦਾਤਾ ਹੈ, ਨਾਮ ਜਪਣਾ। ਤੇ ਸੰਤ ਜਪਾਵੇ ਨਾਮ, ਤੇ ਸਭ ਤੋਂ ਵੱਡੇ ਸੰਤ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੰਤ ਜਪਾਵੇ ਨਾਮ, ਕਿਉਂਕਿ ਸੰਤ ਨੇ ਹੀ ਤੈਨੂੰ ਨਾਮ ਜਪਣ ਦੀ ਬਲ ਤੇ ਬੁੱਧੀ ਬਖਸ਼ਿਸ਼ ਕਰਨੀ ਹੈ। ਇਹ ਦੋਵਾਂ ਦੀ ਸੇਵਾ ਹੈ। ਕਦੇ ਇਹ ਸੇਵਾ ਕਰਕੇ ਵੇਖਿਓ। ਹੋਰ ਸੁਣ ਲਓ ਫਰਮਾਨ। ਸਤਿਗੁਰੂ ਆਖਣ ਲੱਗੇ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸ਼ਮਲ ਪੰਨੇ। ਉਹ ਸੇਵਾ ਕੀਤੀ ਸਫਲ ਹੈ ਜਿਹੜੀ ਗੁਰੂ ਨੂੰ ਪ੍ਰਵਾਨ ਹੋਵੇ। ਆਪਣੀ ਮਰਜ਼ੀ ਨਾਲ ਕੋਈ ਕੰਮ ਕਰ ਲਿਆ, ਆਖਣਾ ਕੀਤਾ ਵੀ ਇਹ ਸੇਵਾ ਕੀਤੀ ਹੈ। ਪਹਿਲਾਂ ਗੁਰੂ ਨੂੰ ਪੁੱਛੋ, ਕੀ ਇਹ ਸੇਵਾ ਹੈ? ਕੀ ਇਹ ਸੇਵਾ? ਕੇ ਕਦੇ ਵੇਖਣਾ ਕਰਿਓ, ਗੁਰ ਸੇਵਾ ਤੇ
ਸੁਖ ਉਪਜੈ। ਇਹਦੇ ਵਿੱਚੋਂ ਸੁਖ ਮਿਲਦਾ ਹੈ। ਗੁਰੂ ਦੇ ਸ਼ਬਦਾਂ ਦੀ ਵਿਚਾਰ ਕੀਤਿਆਂ ਸੁਖ ਮਿਲਦਾ ਹੈ। ਗੁਰੂ ਦੇ ਸ਼ਬਦਾਂ ਤੇ ਅਮਲ ਕੀਤਿਆਂ ਸੁਖ ਮਿਲਦਾ ਹੈ। ਆਪਣੇ ਮਨ ਦੀਆਂ ਬੁਰਾਈਆਂ ਨੂੰ ਮਾਰ ਕੇ ਸੁਖ ਮਿਲਦਾ ਹੈ। ਫਿਰ ਦੁੱਖ ਨਾ ਲੱਗੈ ਆਏ, ਫਿਰ ਦੁੱਖ ਨੇੜੇ ਨਹੀਂ ਆਉਂਦਾ। ਦੁੱਖ ਕੀ ਹੈ? ਜੇ ਕਿਸੇ ਕੋਲ ਮਾਇਆ ਨਹੀਂ, ਕੀ ਦੁੱਖ ਹੈ? ਨਹੀਂ। ਜੇ ਕਿਸੇ ਨੂੰ ਤਨ ਦਾ ਰੋਗ ਹੈ, ਕੀ ਦੁੱਖ ਹੈ? ਨਹੀਂ। ਜੇ ਕਿਸੇ ਦੇ ਕੋਲ ਅੱਜ ਕਿਸੇ ਚੀਜ਼ ਦੀ ਥੁੜ ਹੈ, ਕੀ ਦੁੱਖ ਹੈ? ਨਹੀਂ। ਆਖਦੇ ਨੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਦੁੱਖ ਤਾਂ ਇਹ ਨੇ ਕਿ ਤੈਨੂੰ ਰੱਬ ਦਾ ਵਿਛੋੜਾ ਪਿਆ ਹੋਇਆ, ਦੁੱਖ ਇਹ ਹੈ। ਜੇ ਰੱਬ ਦੇ ਦਰ ਦਾ ਮਿਲਾਪ ਹੋਵੇ ਤੇ ਕੱਖਾਂ ਦੀ ਕੁੱਲੀ ਦੇ ਵਿੱਚ ਵੀ ਸ਼ੁਕਰ ਹੈ। ਜੇ ਅੰਦਰ ਪਰਮੇਸ਼ਰ ਦਾ ਨਾਮ ਹੋਵੇ, ਕੱਖਾਂ ਦੀ ਕੁੱਲੀ ਦੇ ਵਿੱਚ ਵੀ ਸ਼ੁਕਰ ਹੈ। ਜੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਤੇ ਮਹਿਲਾਂ ਦੇ ਵਿੱਚ ਬੈਠ ਕੇ ਵੀ ਉਲਾਂਭੇ ਦਿੰਦਾ ਹੈ। ਮਹਿਲਾਂ ਦੇ ਵਿੱਚ ਬੈਠ ਕੇ ਵੀ ਉਲਾਂਭੇ ਦੇ ਸਕਦਾ ਹੈ ਜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ। ਅੰਦਰ ਸ਼ੁਕਰ ਚਾਹੀਦਾ ਹੈ ਉਹਦਾ, ਕਿਉਂਕਿ ਦੁਨੀਆ ਦੇ ਵਿੱਚ ਜੋ ਕੁਝ ਵੀ ਹੈ ਸਭ ਕੁਝ ਪਰਮੇਸ਼ਰ ਦੀ ਕਿਰਪਾ ਤੇ ਨਦਰ ਸਦਕਾ ਹੈ। ਫਿਰ ਦੁੱਖ ਕਿਉਂ ਹੈ? ਕਦੇ ਸੁਖਮਨੀ ਸਾਹਿਬ ਬਾਣੀ ਪੜ੍ਹਦੇ ਆ, ਸਤਿਗੁਰੂ ਫਰਮਾਨ ਕਰਨ ਲੱਗੇ, ਜਿਹੇ ਪ੍ਰਸਾਦ ਤਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ। ਜਿਹੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਸਤਿਗੁਰੂ ਆਖਣ ਲੱਗੇ, ਇਹ ਸਭ ਦਾਤਾਂ ਨੇ ਜਿਹੜੀਆਂ ਪਰਮੇਸ਼ਰ ਦੀਆਂ ਨੇ, ਇਹ ਸੁਖ ਦੀਆਂ ਨਿਸ਼ਾਨੀਆਂ ਨੇ। ਦੁੱਖ ਤੈਨੂੰ ਕੋਈ ਨਹੀਂ। ਜੇ ਦੁੱਖ ਹੈ ਤੇ ਵਿਛੋੜੇ ਦਾ ਦੁੱਖ, ਜੇ ਦੁੱਖ ਹੈ ਤੇ ਪਰਮੇਸ਼ਰ ਦੇ ਦਰ ਤੋਂ ਖੁੰਝੇ ਹੋਇਆਂ ਨੂੰ ਦੁੱਖ ਹੈ। ਕਿਉਂਕਿ ਇੱਕ ਬੇਨਤੀ ਸੰਗਤ ਦੇ ਚਰਨਾਂ ਵਿੱਚ ਕਰਾਂ, ਜਦੋਂ ਵਿਛੋੜਾ ਆ ਜਾਂਦਾ ਹੈ, ਜਦੋਂ ਵਿਛੋੜਾ ਪੈ ਜਾਵੇ, ਫਿਰ ਇਨਸਾਨ ਕੋਲ ਭਾਵੇਂ ਕਿੰਨੀ ਵੀ ਸੰਪਤੀ ਹੋਵੇ, ਉਹ ਸੰਪਤੀ ਦੇ ਹੁੰਦਿਆਂ ਵੀ ਦੁਖੀ ਹੈ। ਜੇ ਵਿਛੋੜਾ ਪਿਆ ਹੋਇਆ ਹੈ, ਇਨਸਾਨ ਮਹਿੰਗੇ ਮਹਿਲਾਂ ਦੇ ਵਿੱਚ ਬੈਠ ਕੇ ਵੀ ਦੁਖੀ ਹੈ, ਚੰਗੇ ਸਾਧਨਾਂ ਦੇ ਹੁੰਦਿਆਂ ਸੁਣਦਿਆਂ ਵੀ ਦੁਖੀ ਹੈ। ਕਿਸੇ ਨੇ ਆਖਣਾ ਕੀਤਾ, ਕਹਿੰਦੇ ਫਕੀਰ ਦੇ ਨਾਲ ਮਿਲਾਪ ਹੋਇਆ। ਫਕੀਰ ਦੇ ਨਾਲ ਮਿਲਾਪ ਹੋਇਆ ਤੇ ਫਕੀਰ ਨੂੰ ਬੇਨਤੀ ਕੀਤੀ, ਫਕੀਰ ਜੀ ਕੀ ਮੈਨੂੰ ਸੁੱਖ ਮਿਲ ਜਾਵੇਗਾ? ਤੇ ਫਕੀਰ ਆਖਦਾ, ਬਿਲਕੁਲ ਸੁੱਖ ਮਿਲੇਗਾ। ਕਹਿੰਦਾ ਦੁਨੀਆ ਦਾ ਧਨ ਜਿੰਨਾ ਮੇਰੇ ਕੋਲ ਹੈ ਮੈਂ ਸਾਰਾ ਦੇ ਦਿੰਨਾ, ਜਿੰਨੀ ਮੇਰੇ ਕੋਲ ਸੰਪਤੀ ਹੈ ਸਾਰੀ ਲੈ ਲੈ, ਜਿੰਨਾ ਮੇਰੇ ਕੋਲ ਦੌਲਤ ਦਾਨ ਹੈ ਸਭ ਲੈ ਲੈ, ਪਰ ਮੈਨੂੰ ਸੁੱਖ ਚਾਹੀਦਾ। ਤੇ ਸਤਿਗੁਰੂ ਆਖਣ ਲੱਗੇ ਬਾਣੀ ਦੇ ਵਿੱਚ, ਕਹਿੰਦੇ ਫਕੀਰ ਨਿਰ ਉੱਤਰ ਹੋਇਆ ਤੇ ਫਕੀਰ ਨੇ ਆਖਣਾ ਕੀਤਾ, ਜੇ ਇਸ ਦੁਨੀਆ ਦੀ ਕਮਾਈ ਦੇ ਨਾਲ ਸੁੱਖ ਮਿਲਦਾ ਹੁੰਦਾ ਤੇ ਅਮੀਰ ਬੰਦਿਆਂ ਦੇ ਮੱਥੇ ਦੇ ਉੱਪਰ ਕਦੇ ਤਿਉੜੀ ਨਾ ਪੈਂਦੀ, ਵਜ਼ੀਰਾਂ ਦੇ ਮੱਥੇ ਦੇ ਉੱਪਰ ਕਦੇ ਤਿਉੜੀ ਨਾ ਪੈਂਦੀ। ਕਿਉਂਕਿ ਦੁਨੀਆ ਦਾ ਸੁੱਖ ਇਹਨਾਂ ਵਸਤਾਂ ਦੇ ਨਾਲ ਪ੍ਰਾਪਤ ਨਹੀਂ ਹੋ ਸਕਦਾ। ਜਿਹੜਾ ਉਹਦੇ ਘਰ ਦਾ ਸੁੱਖ ਹੈ ਉਹ ਕੇਵਲ ਆਪਣੇ ਮਨ ਦੀ ਜਿਹੜੀ ਦਾਤ ਹੈ, ਜਿਹੜਾ ਆਪਣਾ ਮਨ ਹੈ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਕੇ ਹੀ ਉਹਦੇ ਦਰ ਦਾ ਸੁੱਖ ਪ੍ਰਾਪਤ ਹੋ ਸਕਦਾ ਹੈ। ਜੇ ਭੇਟਾ ਕਰਨੀ ਹੈ ਤੇ ਤੈਨੂੰ ਆਪਣਾ ਸੀਸ ਭੇਂਟ ਕਰਨਾ ਪਵੇਗਾ। ਹੁਣ ਇੱਕ ਬੇਨਤੀ ਹੋਰ ਕਰਾਂ, ਸੁਣਿਓ। ਜੇ ਦੁਨੀਆ ਦੇ ਦਰ ਦਾ ਸੁੱਖ ਲੈਣਾ ਹੈ ਤੇ ਸਾਨੂੰ ਮਾਇਆ ਭੇਂਟ ਕਰਨ ਦੀ ਲੋੜ ਨਹੀਂ, ਮਨ ਭੇਟਾ ਕਰਨ ਦੀ ਲੋੜ ਹੈ। ਆਪਾਂ ਬਾਣੀ ਦੇ ਵਿੱਚ ਫਰਮਾਨ ਪੜ੍ਹਿਆ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ।
ਉਹਦਾ ਹੁਕਮ ਮੰਨ ਲੈ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਨੂੰ ਗਾਉਣਾ ਹੀ ਉਹਦਾ ਹੁਕਮ ਮੰਨਣਾ ਹੈ। ਤੇ ਜਿੱਦਣ ਸਾਨੂੰ ਇਹ ਸਮਝ ਆ ਗਈ, ਉਦਣ ਸੁੱਖ ਨੇ ਜਿਹੜੇ ਉਹ ਸਾਡੇ ਪੱਲੇ ਪੈ ਜਾਣਗੇ। ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ ਜੇ ਗੁਰ ਚਰਨੀ ਲਗਨ। ਜੇ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਇਹ ਦੁਨਿਆਵੀ ਸੁੱਖ ਤੇਰੇ ਪਿੱਛੇ ਪਿੱਛੇ ਆਉਣਗੇ। ਭਾਵ ਕੀ ਹੈ? ਪਰਮੇਸ਼ਰ ਦੇ ਦਰ ਦੀ ਬੰਦਗੀ ਨੂੰ ਹੀ ਸਰਮੌਰ ਸ੍ਰੇਸ਼ਟ ਆਖਿਆ। ਫਿਰ ਦੁੱਖ ਨਾ ਲੱਗੇ ਆਏ, ਫਿਰ ਦੁੱਖ ਨਹੀਂ ਲੱਗਦਾ, ਕਿਉਂਕਿ ਗੁਰੂ ਕੀ ਸੇਵਾ ਦੇ ਵਿੱਚੋਂ ਸਿਮਰਨ ਪੈਦਾ ਹੋਇਆ, ਗੁਰੂ ਕੀ ਸੇਵਾ ਦੇ ਵਿੱਚੋਂ ਚੇਤਾ ਪੈਦਾ ਹੋਇਆ, ਤੇ ਇਹਦੇ ਵਿੱਚੋਂ ਦੁੱਖ ਦੂਰ ਹੋ ਗਿਆ। ਕਿਉਂਕਿ ਦੁੱਖ ਸੀ ਵਿਛੋੜੇ ਦਾ, ਤੇ ਵਿਛੋੜਾ ਦੂਰ ਹੋ ਗਿਆ ਹੈ। ਫਿਰ ਦੁੱਖ ਨਾ ਲੱਗੇ ਆਏ, ਹੁਣ ਵਿਛੋੜਾ ਨੇੜੇ ਨਹੀਂ ਆਉਂਦਾ। ਜੰਮਣ ਮਰਣਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ। ਜਿਹੜਾ ਜੰਮਣ ਮਰਨ ਚੱਲਦਾ ਸੀ ਉਹ ਮੁੱਕ ਗਿਆ ਹੈ। ਜੰਮਣ ਮਰਨਾ ਮਿਟ ਗਿਆ। ਜੰਮਣ ਮਰਨ ਦਾ ਗੇੜ ਚੱਲਦਾ ਸੀ, 84 ਦਾ ਗੇੜ ਚੱਲਦਾ ਸੀ, ਰੋਜ਼ਾਨਾ ਜੰਮਦਾ ਤੇ ਮਰਦਾ ਸੀ, ਮਿਟ ਗਿਆ ਹੈ। ਕਾਲੇ ਕਾ ਕਿਛ ਨਾ ਬਸਾਏ। ਜਿਹੜਾ ਕਾਲ ਸੀ ਜਮਕਾਲ, ਹੁਣ ਉਹ ਇਹਦੇ ਨੇੜੇ ਨਹੀਂ ਟੁਕਦਾ, ਹੁਣ ਉਹ ਤੋਂ ਬਚਾਅ ਹੋ ਗਿਆ ਹੈ। ਬੜੀ ਵੇਰ ਮਨ ਦੇ ਵਿੱਚ ਸਵਾਲ ਖੜਾ ਹੋਵੇਗਾ, ਇਹ ਜੰਮਣ ਮਰਨਾ ਕੀ ਸੀ? ਇੱਕ ਤੇ ਸਰੀਰ ਦਾ ਜੰਮਣ ਮਰਨਾ ਹੈ, ਇਹ ਇੱਕ ਵਾਰ ਹੁੰਦਾ ਹੈ। ਸਰੀਰ ਨੇ ਇੱਕ ਵਾਰ ਜਨਮ ਲਿਆ ਤੇ ਇੱਕ ਵਾਰ ਮੁੱਕ ਜਾਣਾ ਹੈ, ਕਹਾਣੀ ਖਤਮ ਹੋ ਜਾਣੀ ਹੈ। ਪਰ ਜਿਹੜੀ ਰੂਹ ਕਰਕੇ, ਜਿਹੜੇ ਸੁਭਾਅ ਕਰਕੇ, ਜਿਹੜੇ ਕਰਮ ਕਰਕੇ ਰੋਜ਼ਾਨਾ ਜੰਮਣ ਮਰਨ ਚੱਲਦਾ ਹੈ, ਇਹ ਨਹੀਂ ਮੁੱਕਦਾ। ਆਪਾਂ ਬਾਣੀ ਪੜ੍ਹਦੇ ਹਾਂ, ਸਤਿਗੁਰੂ ਆਖਦੇ ਨੇ, ਆਖਾਂ ਜੀਵਾਂ ਬਿਸਰੈ ਮਰ ਜਾਓ। ਜਦੋਂ ਪਰਮੇਸ਼ਰ ਦਾ ਨਾਮ ਲੈਨੇ ਆ ਤੇ ਜੀਵਨ ਹੈ, ਜਦੋਂ ਵਿਸਾਰ ਦਿੰਨੇ ਆ ਤੇ ਮੌਤ ਹੈ। ਪਰਮੇਸ਼ਰ ਨੂੰ ਵਿਸਾਰ ਕੇ ਮੌਤ ਸਹਿੜੀ ਹੈ। ਸਤਿਗੁਰੂ ਇਹਨੂੰ ਆਖਦੇ ਨੇ, ਇਹ ਤੇਰਾ ਜੰਮਣ ਮਰਨ ਹੈ। ਦਿਨ ਦਿਹਾੜੇ, ਇੱਕ ਦਿਨ ਦੇ ਵਿੱਚ ਕਿੰਨੀ ਵਾਰ ਤੈਨੂੰ ਰੱਬ ਭੁੱਲਿਆ, ਉਨੀ ਵਾਰ ਤੈਨੂੰ ਮੌਤ ਆਈ ਹੈ। ਕਿੰਨੀ ਵਾਰ ਤੂੰ ਰੱਬ ਨੂੰ ਯਾਦ ਕਰਿਆ, ਉਨੀ ਵਾਰ ਤੇਰਾ ਜਨਮ ਹੋਇਆ ਹੈ। ਆਖਾਂ ਜੀਵਾਂ ਬਿਸਰੈ ਮਰ ਜਾਓ। ਹੁਣ ਇਹ ਸੋਚ ਕੇ ਦੇਖ ਲਓ ਵੀ ਦਿਨ ਦੇ ਵਿੱਚ ਕਿੰਨੀ ਵਾਰ ਪਰਮੇਸ਼ਰ ਨੂੰ ਭੁੱਲ ਕੇ ਕਾਰਜ ਕੀਤੇ ਨੇ। ਕਿਹੜਾ ਕਾਰਜ ਕਰਨ ਲੱਗਿਆ ਪਰਮੇਸ਼ਰ ਦੀ ਯਾਦ ਵਿਸਰੀ ਹੈ। ਕਿਹੜਾ ਕਾਰਜ ਕਰਨ ਲੱਗਿਆ ਪਰਮੇਸ਼ਰ ਦੇ ਦਰ ਦਾ ਧਿਆਨ ਸਾਡੇ ਹਿਰਦੇ ਦੇ ਵਿੱਚੋਂ ਲਾਂਭੇ ਹੋ ਗਿਆ। ਓਨੀ ਵਾਰ ਅਸੀਂ ਜੰਮੇ ਤੇ ਮਰੇ। ਸਤਿਗੁਰੂ ਦਾ ਫਰਮਾਨ ਸੰਸਕ੍ਰਿਤੀ ਬਾਣੀ ਦੇ ਵਿੱਚ ਗੁਰਦੇਵ ਆਖਣ ਲੱਗੇ, ਗੁਰ ਮੰਤਰ ਹੀਣਿਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਿਸ਼ਟਣਾ, ਕੂਕਰੈ ਸ਼ੂਕਰੈ ਗਰਦਵੈ, ਕਾਕੈ ਸਰਪਨੈ ਤੁਲਖਲ। ਸਤਿਗੁਰੂ ਆਖਦੇ ਨੇ, ਜਦੋਂ ਗੁਰੂ ਦੀ ਸਿੱਖਿਆ ਤੋਂ ਹੀਣਾ ਹੋ ਜਾਂਦਾ ਹੈ, ਤੇਰਾ ਜਨਮ ਲਾਹਣਤਾਂ ਦੇ ਨਾਲ ਭਰ ਜਾਂਦਾ ਹੈ, ਤੇ ਫਿਰ ਤੂੰ ਕਾਂ, ਕੁੱਤੇ, ਗਧੇ, ਸੂਰ ਦੀ ਜੂਨੀ ਪੈ ਜਾਂਦਾ ਹੈ। ਹੁਣ ਇਹ ਜੂਨ ਹੈ ਜਿਹੜੀ, ਇਹ ਸਰੀਰ ਕਰਕੇ ਨਹੀਂ ਆਉਂਦੀ। ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤ ਬੰਦਿਆਂ ਵਾਲੀ ਰਹਿੰਦੀ ਹੈ, ਦੇਹ ਬੰਦਿਆਂ ਵਾਲੀ ਹੈ, ਪਰ ਕਰਤੂਤਾਂ ਪਸ਼ੂਆਂ ਵਾਲੀਆਂ ਹੋ ਜਾਂਦੀਆਂ ਨੇ। ਗੱਜ ਕੇ ਆਖੋ ਸਤਿਨਾਮ। ਹੁਣ ਪਸ਼ੂਆਂ ਦੀਆਂ ਕਰਤੂਤਾਂ ਕੀ ਨੇ? ਜਿਵੇਂ ਗੁਰਬਾਣੀ ਦੇ ਵਿੱਚ ਸਤਿਗੁਰੂ ਆਖਣ ਲੱਗੇ, ਕਹਿੰਦੇ, ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੇ ਵਿਸ਼ਟਾ ਖਾਏ ਮੁਖ ਗੋਹੈ। ਕਹਿੰਦੇ ਕਾਂ ਹੈ ਜਿਹੜਾ, ਕਾਂ ਨੂੰ 36 ਪ੍ਰਕਾਰ ਦੇ ਅੰਮ੍ਰਿਤ ਭੋਜਨ ਪਾ ਦਿਓ, ਉਹ ਖਾ ਲਵੇਗਾ। ਕਾਂ ਨੂੰ ਤੁਸੀਂ ਚੰਗਾ ਸ਼ੁੱਧ ਭੋਜਨ ਪਾਓਗੇ, ਉਹ ਖਾ ਲਵੇਗਾ। ਚੰਗੀ ਵਧੀਆ ਮਿਠਾਈ ਪਾਵੋਗੇ, ਉਹ ਖਾ ਲਵੇਗਾ। ਪਰ ਫਿਰ ਵੀ ਕਾਂ ਦੀ ਇੱਕ ਅਵਸਥਾ ਹੈ, ਕਾਂ ਦਾ ਇੱਕ ਸੁਭਾਅ ਹੈ। ਉਹ ਰੂੜੀ ਤੇ ਬੈਠ ਕੇ
ਉਹ ਗੰਦਗੀ ਤੇ ਬੈਠ ਕੇ ਗੰਦਗੀ ਦੇ ਵਿੱਚ ਚੁੰਝਾਂ ਵੀ ਮਾਰਦਾ ਹੈ। ਅੰਮ੍ਰਿਤ ਭੋਜਨ ਛਕਣ ਤੋਂ ਬਾਅਦ ਵੀ ਗੰਦਗੀ ਵਿੱਚ ਚੁੰਝਾਂ ਮਾਰਨ ਦੀ ਬਿਰਤੀ ਹੈ ਜਿਹੜੀ, ਇਹ ਕਾਂ ਦੀ ਹੈ। ਤੇ ਜਿਹੜਾ ਬੰਦਾ ਸਭ ਕੁਝ ਚੰਗੇ ਭੋਜਨ ਛਕ ਕੇ ਵੀ ਜਿਹੜਾ ਗੰਦਗੀ ਦੇ ਵਿੱਚ ਮੁੱਖ ਮਾਰਦਾ ਹੈ, ਉਹ ਕਾਂ ਦੀ ਜੂਨੀ ਵਿੱਚ ਪਿਆ ਹੁੰਦਾ ਹੈ। ਤੁਸੀਂ ਆਖਣਾ ਵੀ ਗੰਦਗੀ ਵਿੱਚ ਕੋਈ ਮੁੱਖ ਮਾਰਦਾ ਹੈ। ਤੰਬਾਕੂ ਦਾ ਸੇਵਨ ਕਰਨ ਵਾਲਿਆਂ ਨੂੰ ਕਹਿਣ ਦੀ ਲੋੜ ਨਹੀਂ ਕਿ ਗੰਦਗੀ ਦੇ ਵਿੱਚ ਮੁੱਖ ਮਾਰਦੇ ਨੇ। ਗੱਜ ਕੇ ਆਖੋ ਸਤਿਨਾਮ। ਕਦੇ ਸੜਕਾਂ ਤੇ ਦੇਖ ਲੈਣਾ ਤੁਰੇ ਫਿਰਦਿਆਂ, ਜਿੰਨਾ ਜ਼ਿਆਦਾ ਇਸ ਨਸ਼ੇ ਦੀ ਵਰਤੋਂ ਕਰਨਗੇ, ਇਹ ਗੰਦਗੀ ਦੇ ਵਿੱਚ ਮੁੱਖ ਮਾਰਨ ਦੇ ਬਰਾਬਰ। ਇਹ ਜੂਨਾ ਹੰਢਾ ਰਹੇ ਆ, ਜੰਮਣ ਮਰਨਾ ਪਿਆ ਹੋਇਆ ਏ। ਗੁਰੂ ਦੇ ਦਰ ਦਾ ਚੇਤਾ ਭੁਲਾ ਕੇ ਅਸੀਂ ਆਪਣੇ ਧਰਮ ਦੀ, ਆਪਣੇ ਘਰ ਦੀ ਬਰਬਾਦੀ ਸ਼ੁਰੂ ਕੀਤੀ ਹੈ। ਸਤਿਗੁਰੂ ਨੇ ਫਰਮਾਨ ਕੀਤਾ, ਜੰਮਣ ਮਰਨਾ ਮਿਟ ਗਿਆ, ਕਾਲੈ ਕਾਕਸ਼ ਨਾ ਵਸਾਏ। ਹੁਣ ਜਮਦੂਤ ਨੇੜੇ ਨਹੀਂ ਆਉਂਦੇ। ਇਹ ਜਮਦੂਤ ਸਨ ਜਿਹੜੇ, ਇਹ ਜਮਦੂਤ ਉਹ ਨਹੀਂ ਜਿਹੜੇ ਪੰਜ ਭੂਤਕ ਸਰੀਰ ਦੇ ਮਰਨ ਤੋਂ ਬਾਅਦ ਆਏ। ਇਹ ਜਮਦੂਤ ਉਹ ਸਨ ਜਿਹੜੇ ਰੋਜ਼ਾਨਾ ਸਾਡੇ ਅੰਦਰ ਆ ਕੇ ਬੈਠੇ ਹੋਏ ਸੀ। ਮੈਂ ਗੁਰਬਾਣੀ ਪੜ੍ਹ ਰਿਹਾ ਸੀ, ਸਤਿਗੁਰਾਂ ਨੇ ਸਮਝਾਉਣਾ ਕੀਤਾ, ਕਹਿੰਦੇ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। हे ਸੱਚੇ ਪਾਤਸ਼ਾਹ, ਮੈਂ ਕੱਲਾ ਹਾਂ, ਉਹ ਪੰਜ ਨੇ, ਮੈਨੂੰ ਮਾਰਨ ਲਈ ਜਮਦੂਤ ਆ ਗਏ ਨੇ, ਮੈਂ ਕੱਲਾ ਉਹ ਪੰਜ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ। ਮਾਰੈ ਲੂਟੈ ਨੀਤ ਨੀਤ, ਇਹ ਰੋਜ਼ਾਨਾ ਹੀ ਮਾਰਦੇ ਨੇ। ਜਿੱਦਣ ਪੰਜ ਭੂਤਕ ਦੇਹੀ ਬਿਨਸੇਗੀ, ਉਹ ਜਮਦੂਤ ਆਉਣਗੇ, ਇੱਕ ਦਿਨ ਮਾਰਨਗੇ। ਪਰ ਜਿਹੜੇ ਇਹ ਜਮਦੂਤ ਸਨ, ਇਹਨਾਂ ਨੇ ਰੋਜ਼ਾਨਾ ਮਾਰਿਆ ਸਨ। ਜਦੋਂ ਪਰਮੇਸ਼ਰ ਨੂੰ ਵਿਸਾਰਿਆ ਉਦੋਂ ਮਾਰਿਆ, ਜਦੋਂ ਪਰਮੇਸ਼ਰ ਦਾ ਚੇਤਾ ਭੁੱਲਿਆ ਉਦੋਂ ਮਾਰਿਆ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਜਮਦੂਤ ਸਾਨੂੰ ਮਾਰਦੇ ਰਹੇ। ਮਾਰੈ ਲੂਟੈ, ਲੁੱਟਦੇ ਰਹੇ ਨੇ ਅੰਦਰੋਂ। ਸਾਡੀ ਆਤਮਾ ਦੀ ਜਿੰਨੀ ਲੁੱਟ ਇਹਨਾਂ ਪੰਜਾਂ ਨੇ ਮਚਾਈ ਹੈ, ਹੋਰ ਕਿਸੇ ਨੇ ਨਹੀਂ ਮਚਾਈ। ਆਤਮਾ ਗੁਣਾ ਤੋਂ ਸਖਣੀ ਕਰ ਦਿੱਤੀ। ਜਿਹੜੀ ਆਤਮਾ ਦੇ ਕੋਲ ਨਾਮ ਦਾ ਖਜ਼ਾਨਾ ਸੀ, ਉਹ ਲੁੱਟ ਕੇ ਲੈ ਗਏ। ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਕਿਹਦੇ ਕੋਲ ਪੁਕਾਰ ਕਰਾਂ? ਤੇ ਸਤਿਗੁਰੂ ਨੇ ਫਰਮਾਨ ਕੀਤਾ, ਸ਼੍ਰੀ ਰਾਮ ਨਾਮਾ ਉਚਰ ਮਨਾ। हे ਭਾਈ, ਰੱਬ ਦਾ ਨਾਮ ਉਚਾਰਿਆ ਕਰ, ਰੱਬ ਦਾ ਨਾਮ ਜਪਿਆ ਕਰ। ਆਗੇ ਜਮ ਦਲ ਬਿਖਮ ਕਨਾ, ਨਹੀਂ ਤੇ ਅੱਗੇ ਜਮਾਂ ਦਾ ਦਲ ਆ ਰਿਹਾ ਏ। ਇਹ ਤੇ ਕੱਲੇ ਪੰਜ ਸੀ, ਇਹਦੇ ਪਿੱਛੇ 50 ਹੋਰ ਤੁਰੇ ਆ ਰਹੇ ਨੇ, ਜਿਹੜੇ ਜਮਾਂ ਨੇ ਤੈਨੂੰ ਕੁੱਟਣਾ ਤੇ ਮਾਰਨਾ ਏ। ਇਹ ਜਮ ਨੇ ਜਿਹੜੀ ਤੇਰੀ ਜ਼ਿੰਦਗੀ ਦੀ ਦੁਰਗਤੀ ਕਰ ਦੇਣਗੇ। ਜੇ ਇਹਨਾਂ ਜਮਾਂ ਤੋਂ ਬਚਾ ਕਰ ਲਵੇਂਗਾ, ਇਹਨਾਂ ਜਮਾਂ ਤੋਂ ਖਲਾਸੀ ਪਾ ਲਵੇਂਗਾ, ਤੇ ਸੱਚ ਮੰਨੀ ਤੇਰੇ ਜੀਵਨ ਦੇ ਵਿੱਚੋਂ ਦੁੱਖ ਦੂਰ ਹੋ ਜਾਣਗੇ, ਸੁਖ ਹਿਰਦੇ ਵਿੱਚ ਪ੍ਰਵੇਸ਼ ਕਰ ਜਾਣਗੇ। ਇਹਨਾਂ ਤੋਂ ਬਚਾ ਕਿਵੇਂ ਹੈ? ਹੁਕਮ ਦੇ ਵਿੱਚ, ਭਾਣੇ ਦੇ ਵਿੱਚ। ਆਪਾਂ ਰੋਜ਼ਾਨਾ ਪੜ੍ਹਦੇ ਆ, ਬੰਦ ਖਲਾਸੀ ਭਾਣਾ ਹੋਏ। ਬੰਦ ਖਲਾਸੀ ਦਾ ਭਾਵ ਕੀ ਹੈ? ਬੰਧਨਾਂ ਤੋਂ ਖਲਾਸੀ, ਬੰਧਨਾਂ ਤੋਂ ਮੁਕਤੀ। ਇਹ ਜਮਦੂਤਾਂ ਤੋਂ ਮੁਕਤੀ ਕਿਵੇਂ ਹੁੰਦੀ ਹੈ? ਬੰਦ ਖਲਾਸੀ ਭਾਣੇ ਹੋਏ। ਹੋਰ ਕੋਈ ਹੋਰ ਤਰੀਕਾ ਹੈ? ਆਖ ਨਾ ਸਕੈ ਕੋਏ, ਕੋਈ ਨਹੀਂ ਦੱਸ ਸਕਦਾ ਕੋਈ ਹੋਰ ਕੋਈ ਤਰੀਕਾ ਹੋਵੇ। ਇੱਕ ਹੁਕਮ ਨੂੰ ਮੰਨ ਕੇ, ਇੱਕ ਭਾਣੇ ਨੂੰ ਮੰਨ ਕੇ ਬੰਧਨਾਂ ਤੋਂ ਖਲਾਸੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਹੁਕਮ ਹੈ ਜਿਹੜਾ ਪਰਮੇਸ਼ਰ ਦਾ, ਉਹ ਮੰਨਣਾ ਅਤ ਲਾਜ਼ਮੀ ਹੈ। ਪਹਿਲਾਂ ਹੁਕਮ ਨੂੰ ਸਮਝਣਾ ਤੇ ਫਿਰ ਹੁਕਮ ਨੂੰ ਮੰਨਣਾ, ਹੁਕਮ ਦੀ ਅਗਵਾਈ ਲੈਣੀ। ਸਤਿਗੁਰੂ ਤੀਜੀ ਪੰਕਤੀ ਵਿੱਚ ਆਖਣ ਲੱਗੇ, ਹਰ ਸੇਤੀ ਮਨ ਰਵ ਰਹਿਆ। हे ਭਾਈ, ਹੁਣ ਮੇਰਾ ਮਨ ਹਰੀ ਦੇ ਚਰਨਾਂ ਵਿੱਚ ਰਵ ਗਿਆ ਏ, ਪਤੀਜ ਗਿਆ ਏ।
ਪਰਮੇਸ਼ਰ ਦੇ ਚਰਨਾਂ ਵਿੱਚ ਮੇਰਾ ਮਨ ਜੁੜ ਗਿਆ ਹੈ। ਸੱਚੇ ਰਹਿਆ ਸਮਾਏ, ਹੁਣ ਸੱਚੇ ਪਰਮੇਸ਼ਰ ਦੇ ਨਾਲ ਮੇਰਾ ਮਨ ਸਮਾ ਗਿਆ ਹੈ, ਸੱਚੇ ਪਰਮੇਸ਼ਰ ਦੇ ਵਿੱਚ ਜੁੜਿਆ ਹੋਇਆ ਹੈ। ਆਪਾਂ ਬੜੀ ਵਾਰ ਸ਼ਬਦ ਸੁਣਿਆ ਹੈ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੀ। ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਸੰਭਾਲ ਕੇ ਰੱਖ। ਜੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਲਿਆ, ਤੇਰਾ ਜੀਵਨ ਹੈ ਜਿਹੜਾ ਉਹ ਸਫਲ ਹੈ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਈ। ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਤੂੰ ਸਨਮੁਖ ਹੋ ਜਾਵੇਂਗਾ ਜੇ ਗੁਰੂ ਕੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰ ਲਵੇਂਗਾ। ਪਰ ਬੜੀ ਵਾਰ ਸਾਂਝ ਕੀਤੀ ਹੈ ਸਾਧ ਸੰਗਤ ਜੀ, ਗੁਰੂ ਕੇ ਚਰਨ ਕੀ ਨੇ? ਗੁਰੂ ਦਾ ਚਰਨ ਕਿਹੜਾ ਹੈ? ਇੱਕ ਸਮਾਂ ਸੀ ਸਨ 1469 ਤੋਂ ਲੈ ਕੇ ਸਨ 1469 ਤੋਂ ਲੈ ਕੇ 1708, 239 ਵਰੇ ਦਾ ਸਮਾਂ ਸੀ ਜਦੋਂ ਸਾਡੇ ਗੁਰੂ ਸਾਹਿਬਾਨ ਸਰੀਰਕ ਤੌਰ ਤੇ ਜਗਤ ਵਿੱਚ ਮੌਜੂਦ ਸਨ। ਉਦੋਂ ਅਸੀਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਵੀ ਕੀਤੀ ਹੈ, ਉਦੋਂ ਅਸੀਂ ਉਹਨਾਂ ਦੇ ਚਰਨਾਂ ਨੂੰ ਸਜਦਾ ਵੀ ਕੀਤਾ ਹੈ। ਪਰ ਅੱਜ ਜਿਹੜੇ ਗੁਰੂ ਸਾਹਿਬ ਸਾਡੇ ਵਿਚਕਾਰ ਮੌਜੂਦ ਨੇ, ਉਹ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨ ਕਿਹੜੇ ਨੇ ਜਿਨ੍ਹਾਂ ਦਾ ਧਿਆਨ ਕਰੀਏ? ਤੇ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ ਹੈ, ਹਜ਼ੂਰ ਫਰਮਾਨ ਕਰਦੇ ਨੇ, ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਹਿਰਦੇ ਦੇ ਵਿੱਚ ਚਰਨ ਵਸਦੇ ਨੇ ਗੁਰੂ ਦੇ। ਕਿਹੜੇ ਚਰਨ ਨੇ? ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਗੁਰੂ ਕਾ ਸ਼ਬਦ ਹੀ ਗੁਰੂ ਕੇ ਚਰਨ ਨੇ। ਤੇ ਸ਼ਬਦਾਂ ਦੀ ਵਿਚਾਰ ਗੁਰੂ ਕੇ ਚਰਨਾਂ ਦੀ ਧੂੜ ਹੈ। ਇਸ ਮਸਤਕ ਦੇ ਵਿੱਚ ਗੁਰੂ ਦੇ ਸ਼ਬਦਾਂ ਦੀ ਵਿਚਾਰ ਆ ਜਾਵੇ ਤੇ ਸਮਝ ਲੈਣਾ ਮਸਤਕ ਦੇ ਉੱਪਰ ਗੁਰੂ ਕੇ ਚਰਨਾਂ ਦੀ ਧੂੜ ਲੱਗੀ ਹੋਈ ਹੈ, ਜਿਹਦੇ ਨਾਲ ਸਾਡਾ ਜੀਵਨ ਸਫਲਾ ਹੁੰਦਾ ਹੈ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਨਾਨਕ ਹਉ ਬਲਿਹਾਰੀ ਤਿੰਨ ਕੋ, ਜੋ ਚੱਲਨ ਸਤਿਗੁਰ ਭਾਏ। ਹੈ ਨਾਨਕ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਗੁਰੂ ਦੇ ਭੈ ਦੇ ਵਿੱਚ, ਗੁਰੂ ਦੇ ਪ੍ਰੇਮ ਦੇ ਵਿੱਚ ਤੁਰਦੇ ਨੇ। ਇਸ ਕਰਕੇ ਆਓ ਆਪਾਂ ਵੀ ਗੁਰੂ ਦੇ ਪ੍ਰੇਮ ਵਿੱਚ ਤੁਰੀਏ। ਜੋ ਗੁਰੂ ਕੀ ਸੇਵਾ ਹੈ ਉਹ ਸੇਵਾ ਕਰੀਏ, ਤੇ ਜਿਹੜੀ ਸੇਵਾ ਦੇ ਵਿੱਚੋਂ ਲਾਹਾ ਮਿਲਦਾ ਏ ਉਹ ਲਾਹੇ ਨੂੰ ਆਪਣੇ ਹਿਰਦੇ ਰੂਪੀ ਵਿਹੜੇ ਦੇ ਵਿੱਚ ਇਕੱਤਰ ਕਰੀਏ, ਤੇ ਕਿਤੇ ਸਾਡਾ ਵੀ ਜੀਵਨ ਸਫਲਾ ਹੋ ਜਾਵੇ। ਕੋਸ਼ਿਸ਼ ਕਰੋ ਰੋਜ਼ਾਨਾ ਦਾ ਜੋ ਹੁਕਮ ਹੁੰਦਾ ਹੈ ਉਹਦੀ ਵਿਚਾਰ ਕਰਿਆ ਕਰੋ, ਉਹਦੀ ਵਿਚਾਰ ਕਰਕੇ ਉਹਦੇ ਪਰ ਅਮਲ ਕਰਿਆ ਕਰੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਸ਼ਬਦ ਦੀ ਵਿਚਾਰ ਕਰਦੇ ਹਾਂ, ਕੋਈ ਬਚਨ ਵੱਧ ਘੱਟ ਬੋਲਿਆ ਗਿਆ ਹੋਵੇ, ਸਤਿਗੁਰੂ ਤੇ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਜੀ, ਭੁੱਲਾਂ ਚੁੱਕਾਂ ਨਾ ਚਿਤਾਰਦੇ ਹੋਏ ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ। ਦੋਵੇਂ ਹੱਥ ਜੋੜ ਕੇ ਬੜੇ ਅਦਬ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।